देखो जी एक डीएसपी प्रकाश जसपाल ਸਿੰਘ ਨੇ ਜੋ ਕਿ ਖਾਲੜਾ ਸਾਹਿਬ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਉਮਰ ਕੈਦ ਹੋਈ ਸੀਗੀ ਸਨ 2005 ਦੇ ਵਿੱਚ। ਉਹਨਾਂ ਨੂੰ ਜਿਹੜੀ ਉਮਰ ਕੈਦ ਹੋਈ ਹੈਗੀ ਆ ਉਸ ਤੋਂ ਬਾਅਦ 2014 ਦੇ ਵਿੱਚ ਇੱਕ ਉਹਨਾਂ ਨੂੰ ਹੋਰ ਸਜ਼ਾ ਹੁੰਦੀ ਹੈ ਕੁਲਜੀਤ ਸਿੰਘ ਢੱਟ ਮਾਮਲੇ ਦੇ ਵਿੱਚ, ਜਿਸ ਵਿੱਚ ਉਹਨਾਂ ਨੂੰ 5 ਸਾਲ ਦੀ ਸਜ਼ਾ ਜਿਹੜੀ ਹੈਗੀ ਆ ਮਾਨਯੋਗ ਕੋਰਟ ਸੁਣਾਉਂਦਾ। ਤੇ ਹੁਣ ਆਮ ਤੌਰ 'ਤੇ ਕੀ ਹੁੰਦਾ ਹੈ, ਜਦੋਂ ਵੀ ਤੁਸੀਂ ਉਮਰ ਕੈਦ ਭੁਗਤਦੇ ਹੁੰਦੇ ਹੋ ਤੁਹਾਡੀ ਉਮਰ ਕੈਦ ਪੂਰੀ ਹੁੰਦੀ ਹੈ ਜਦੋਂ, ਚਾਹੇ ਉਹ ਬਾਏ ਕੋਰਟ ਆਰਡਰ ਤੁਹਾਨੂੰ ਪ੍ਰੀ ਮੈਚਿਓਰ ਰਿਲੀਜ਼ ਮਿਲੇ ਜਾਂ ਕੋਈ ਤੁਹਾਨੂੰ ਜਿਹੜੀ ਹੈਗੀ ਆ ਪਾਰਡਨ ਮਿਲਦੀ ਹੈ ਪ੍ਰੈਜ਼ੀਡੈਂਟ ਤੋਂ ਜਾਂ ਫਿਰ ਗਵਰਨਰ ਤੁਹਾਨੂੰ ਪਾਰਡਨ ਕਰਦਾ। ਉਸ ਤੋਂ ਬਾਅਦ ਜਿਹੜੀ ਹੈਗੀ ਆ ਤੁਹਾਡੀ ਜਿਹੜੀ ਸਬਸੀਕੁਐਂਟ ਜਿਹੜੀ ਤੁਹਾਡੀ ਸੈਂਟੈਂਸ ਹੈਗੀ ਆ ਕੋਈ ਵੀ ਤੁਹਾਨੂੰ ਹੋਈ ਆ ਉਹ ਸ਼ੁਰੂ ਹੁੰਦੀ ਆ। ਤੇ ਆਮ ਤੌਰ 'ਤੇ ਕੋਰਟ ਇਹ ਵੀ ਕਰ ਦਿੰਦੇ ਅਗਰ 2 ਉਮਰ ਕੈਦਾਂ ਹੋਈ ਹੋਣ ਤਾਂ ਤੁਹਾਡੀ ਜਿਹੜੀ ਹੈਗੀ ਆ ਸੈਂਟੈਂਸ ਕੌਨਕਰੈਂਟ ਚੱਲਦੀ ਹੈ। ਕੌਨਕਰੈਂਟ ਦਾ ਮਤਲਬ ਕਿ ਦੋਨੋਂ ਇਕੱਠੀਆਂ ਚੱਲ ਪੈਂਦੀਆਂ ਨੇ। ਪਰ ਇਸ ਕੇਸ ਦੇ ਵਿੱਚ ਕੁਲਜੀਤ ਸਿੰਘ ਢੱਟ ਮਾਮਲੇ ਦੇ ਵਿੱਚ ਮਾਨਯੋਗ ਕੋਰਟ ਨੇ ਕੋਈ ਵੀ ਐਜ਼ ਸੱਚ ਆਰਡਰ ਨਹੀਂ ਕੀਤਾ ਜਿਹਦੇ ਵਿੱਚ ਮਾਨਯੋਗ ਕੋਰਟ ਨੇ ਇਹ ਸਪੈਸੀਫਾਈ ਕੀਤਾ ਹੋਵੇ ਕਿ ਇਹਦੀ ਜਿਹੜੀ ਸੈਂਟੈਂਸ ਹੈਗੀ ਉਮਰ ਕੈਦ ਦੇ ਨਾਲ ਕੌਨਕਰੈਂਟ ਚੱਲੇਗੀ। ਇਸ ਬਾਬਤ ਜਿਹੜਾ ਹੈਗਾ ਅਸੀਂ ਇਸ ਤੋਂ ਬਾਅਦ ਇਹਨੂੰ 5 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਅਸੀਂ ਮਾਨਯੋਗ ਹਾਈ ਕੋਰਟ ਵੀ ਆਉਂਦੇ ਹਾਂ, ਕਿਉਂਕਿ ਸਾਨੂੰ ਲੱਗਦਾ ਕਿ ਇਹ ਜਿਹੜੀ ਇਹਦੀ ਸੈਂਟੈਂਸ ਹੈਗੀ ਆ 5 ਸਾਲ ਦੀ ਸਜ਼ਾ ਹੋਈ ਉਹ ਘੱਟ ਹੋਈ ਹੈ। ਅਸੀਂ ਉਹਦੀ ਇਨਹਾਂਸਮੈਂਟ ਦੀ ਇੱਕ ਅਪੀਲ ਵੀ ਪਾਉਂਦੇ ਹਾਂ ਅਤੇ ਨਾਲ ਹੀ ਜਿਹੜਾ ਜਸਪਾਲ ਸਿੰਘ ਹੈਗਾ ਇਹ ਆਪਣੀ ਸਸਪੈਂਸ਼ਨ ਆਫ ਸੈਂਟੈਂਸ ਵੀ ਪਾਉਂਦਾ ਹੈ, ਜਿਹਦੇ ਤਹਿਤ ਇਹ ਮੁਕੱਦਮਾ ਜਿਹੜਾ ਹੈਗਾ ਮਾਨਯੋਗ ਅਦਾਲਤ ਦੇ ਤਹਿਤ ਹਜੇ ਪੈਂਡਿੰਗ ਹੈ। ਉਸ ਤੋਂ ਬਾਅਦ 2015 ਦੇ ਵਿੱਚ ਅਸੀਂ ਮਾਨਯੋਗ ਸੁਪਰੀਮ ਕੋਰਟ ਵੀ ਜਾਂਦੇ ਹਾਂ ਕਿ ਇਹ ਮੁਕੱਦਮੇ ਨੂੰ ਜਲਦੀ ਤੋਂ ਜਲਦੀ ਜਿਹੜਾ ਹੈਗਾ ਸੁਣਵਾਈ ਕੀਤੀ ਜਾਵੇ, ਜਿਹੜੀ ਸਾਡੀ ਅਪੀਲ ਪੈਂਡਿੰਗ ਹੈ ਇਹਦੀ ਸਜ਼ਾ ਵਧਾਉਣ ਦੀ ਉਹਨੂੰ ਜਲਦੀ ਸੁਣਿਆ ਜਾਵੇ। ਤਾਂ ਜੋ ਮਾਨਯੋਗ ਸੁਪਰੀਮ ਕੋਰਟ ਹੈਗਾ ਹਾਈ ਕੋਰਟ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਇੱਕ ਰਿਕੁਐਸਟ ਕਰਦੇ ਨੇ ਕਿ ਇਸ ਮਾਮਲੇ ਨੂੰ 6 ਮਹੀਨੇ ਦੇ ਵਿੱਚ ਵੀ ਜਿਹੜਾ ਹੈਗਾ ਤੁਸੀਂ ਸੁਣਵਾਈ ਕਰਕੇ ਨਿਪਟਾਰਾ ਕਰੋ। ਇਹ ਸਨ 2015 ਤੋਂ ਬਾਅਦ ਅੱਜ 2026 11 ਸਾਲ ਹੋ ਚੁੱਕੇ ਨੇ, ਹਜੇ ਮਾਮਲਾ ਜਿਹੜਾ ਹੈਗਾ ਇਹਦੀ ਸੁਣਵਾਈ ਪੂਰੀ ਨਹੀਂ ਹੋਈ। ਆਮ ਤੌਰ 'ਤੇ ਦੇਖੋ ਜਿਹੜਾ ਇਹ ਉਮਰ ਕੈਦ ਹੁੰਦੀ ਹੈ ਜੀ, ਉਮਰ ਕੈਦ ਪੂਰੀ ਹੋਣ ਤੋਂ ਬਾਅਦ ਹੀ ਕੋਈ ਜਿਹੜੀ ਹੈਗੀ ਸਜ਼ਾ ਉਹ ਚੱਲਦੀ ਹੈ। ਇਸ ਵਿੱਚ ਸਾਨੂੰ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਇਹਨੂੰ ਜਸਪਾਲ ਸਿੰਘ ਨੂੰ ਛੱਡ ਦਿੱਤਾ ਗਿਆ ਅਤੇ ਜਦੋਂ ਇਹ ਇਨਫੋਰਮੇਸ਼ਨ ਸਾਡੇ ਤੱਕ ਪਹੁੰਚਦੀ ਅਸੀਂ AG ਆਫਿਸ ਪੰਜਾਬ ਦੇ ਵਿੱਚ ਇੱਕ ਐਪਲੀਕੇਸ਼ਨ ਮੂਵ ਕਰਦੇ ਹਾਂ ਥਰੂ ਮੇਲ, ਜਿਹਦੇ ਵਿੱਚ ਅਸੀਂ ਇਹ ਮੰਗਦੇ ਹਾਂ ਕਿ ਸਾਨੂੰ ਦੱਸਿਆ ਜਾਵੇ ਕਿ ਇਹਨੂੰ ਜਸਪਾਲ ਸਿੰਘ ਨੂੰ ਤੁਸੀਂ ਕਿਸ ਆਰਡਰ ਦੇ ਤਹਿਤ ਕਿਸ ਧਾਰਾ ਦੇ ਤਹਿਤ ਛੱਡਿਆ ਹੈ, ਜਾਂ ਇਹ ਆਰਡਰ ਪ੍ਰੈਜ਼ੀਡੈਂਟ ਦੇ ਸਕਦਾ ਹੈਗਾ ਜਾਂ ਗਵਰਨਰ ਦੇ ਸਕਦਾ ਜਾਂ ਸੁਪਰੀਮ ਕੋਰਟ ਦੇ ਸਕਦਾ ਹੈ, ਮਾਨਯੋਗ ਹਾਈ ਕੋਰਟ ਦੇ ਸਕਦਾ ਹੈ। ਇਸ ਤੋਂ ਇਲਾਵਾ ਕੋਈ ਹੋਰ ਕਿਸੇ ਕੋਲ ਪਾਵਰ ਨਹੀਂ ਹੈਗੀ ਇਸ ਸੈਂਟੈਂਸ ਨੂੰ ਕੌਨਕਰੈਂਟ ਕਰਨ ਦੀ ਜਾਂ ਉਹਨੂੰ ਰਿਲੀਜ਼ ਕਰਨ ਦੀ। ਅਤੇ ਇਸ ਤੋਂ ਬਾਅਦ ਇਹ ਹੁਣ ਅਸੀਂ ਮੇਲ ਪਾਈ ਕੀਤੀ ਹੈਗੀ ਉਹਨਾਂ ਨੂੰ ਅਤੇ ਉਹਦਾ ਜਵਾਬ ਅਜੇ ਸਾਡੇ ਕੋਲ ਆਇਆ ਨਹੀਂ ਹੈਗਾ ਅਤੇ ਇਸ ਕਾਰਨ ਅਸੀਂ ਹਜੇ ਜਿਹੜਾ ਹੈਗਾ ਜਵਾਬ ਦੇ ਲਈ ਵੇਟ ਕਰ ਰਹੇ ਹਾਂ। ਸਰ ਤੁਸੀਂ ਇੱਕ ਟਰਮ ਯੂਜ਼ ਕੀਤੀ ਹੈ ਸਸਪੈਂਸ਼ਨ ਆਫ ਸੈਂਟੈਂਸ ਜੀ, ਅਤੇ ਆਲਰੇਡੀ ਉਹ ਬੰਦਾ ਸਜ਼ਾ ਪੂਰੀ ਹੋ ਚੁੱਕੇ ਅਤੇ ਤੁਸੀਂ ਇੱਕ ਅਨਾਉਂਸਮੈਂਟ ਦੀ ਐਪਲੀਕੇਸ਼ਨ ਲਾਈ ਹੈ ਜੀ। ਉਹ ਤੁਹਾਡੀ ਕਿਸ ਸਟੇਜ 'ਤੇ ਲੱਗੀ ਸੀ? ਉਹ ਐਪਲੀਕੇਸ਼ਨ ਉਦੋਂ ਵੀ ਨਹੀਂ ਸੀ ਲੱਗਣੀ ਚਾਹੀਦੀ ਜਦੋਂ ਸਜ਼ਾ ਹੋਈ ਸੀਗੀ? ਇਹ ਸਜ਼ਾ ਇਨਹਾਂਸਮੈਂਟ 2014 ਦੇ ਵਿੱਚ ਉਹਨੂੰ ਸਜ਼ਾ ਹੋਈ ਹੈ ਅਤੇ ਅਸੀਂ 2014 ਦੇ ਵਿੱਚ ਹੀ ਹਾਈ ਕੋਰਟ ਮੂਵ ਕਰਕੇ ਐਪਲੀਕੇਸ਼ਨ ਲਗਾ ਦਿੱਤੀ ਸੀਗੀ ਇਨਹਾਂਸਮੈਂਟ ਦੀ। ਤਾਂ ਹੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਸੀਂ 2015 ਦੇ ਵਿੱਚ ਵੀ ਸੁਪਰੀਮ ਕੋਰਟ ਜਾ ਕੇ ਇਸ ਮਾਮਲੇ ਨੂੰ ਜਲਦੀ ਤੋਂ ਜਲਦੀ ਨਿਪਟਾਰਾ ਕਰਨ ਵਾਸਤੇ ਗਏ ਸੀ। ਤਾਂ ਹੀ ਸੁਪਰੀਮ ਕੋਰਟ ਨੇ ਮਾਨਯੋਗ ਹਾਈ ਕੋਰਟ ਨੂੰ ਜਿਹੜਾ ਹੈਗਾ ਹੁਕਮ ਜਾਰੀ ਕੀਤਾ ਸੀ, ਬੇਨਤੀ ਕੀਤੀ ਸੀ ਕਿ ਇਸ ਮਾਮਲੇ ਨੂੰ 6 ਮਹੀਨੇ ਦੇ ਵਿੱਚ ਵੀ ਸੁਣ ਕੇ ਇਹਦਾ ਨਿਪਟਾਰਾ ਕੀਤਾ ਜਾਵੇ। ਜੀ, ਤੁਹਾਨੂੰ ਲੱਗਦਾ ਕਿ ਮੈਟਰ ਸੈਂਸਿਟਿਵ ਹੈਗਾ? ਐਬਸੋਲੂਟਲੀ ਬੜਾ ਸੈਂਸਿਟਿਵ ਹੈਗਾ, ਕਿਉਂਕਿ ਇਹ ਜਿਹੜਾ ਹੈਗਾ ਨਾ ਤਾਂ ਕੋਈ ਜਿਹੜਾ ਜਸਪਾਲ ਸਿੰਘ ਜਿਹਨੂੰ ਰਿਲੀਜ਼ ਕੀਤਾ ਨਾ ਤਾਂ ਉਹਨਾਂ ਕੋਲ ਕੋਈ ਆਰਡਰ ਹੈਗਾ, ਨਾ ਕੋਈ ਨੋਟੀਫਿਕੇਸ਼ਨ ਹੈ, ਕੁਝ ਵੀ ਨਹੀਂ ਹੈਗਾ। ਉਹਨੂੰ ਬਿਨਾਂ ਜਿਹੜਾ ਕਾਨੂੰਨ ਦੀ ਧੱਜੀਆਂ ਉਡਾ ਕੇ ਜਿਹੜਾ ਹੈਗਾ ਉਹਨੂੰ ਰਿਲੀਜ਼ ਕਰ ਦਿੱਤਾ ਗਿਆ। ਇਹ ਕਾਨੂੰਨ ਦੀਆਂ ਧੱਜੀਆਂ ਉਡਾਉਣ ਦਾ ਜ਼ਿੰਮੇਵਾਰ ਕਿਹਨੂੰ ਮੰਨਦੇ? ਦੇਖੋ ਜੀ, ਇਹ ਤਾਂ ਜ਼ਿੰਮੇਵਾਰੀ ਜਿਹੜੀ ਹੈਗੀ ਹੈ ADGP ਪ੍ਰਿਜ਼ਨ ਦੀ ਹੈਗੀ ਹੈ ਕਿ ਜਿਹਦੇ ਅੰਡਰ ਉਹ ਬੰਦਾ ਸਜ਼ਾ ਭੁਗਤ ਰਿਹਾ ਉਹਨੇ ਦੇਖਣਾ ਹੈਗਾ ਕਿ ਉਹਨੂੰ ਛੱਡਣਾ ਕਿਵੇਂ ਹੈ। ਅਤੇ ਉਹਨਾਂ ਨੇ ਕੋਈ ਲੈਟਰ ਲਿਖੀ ਹੋਏਗੀ ਕਿਸੇ ਨੂੰ ਜਾਂ AG ਲਿਖੀ ਹੋਏਗੀ ਜਾਂ ਗਵਰਨਰ ਨੂੰ ਲਿਖੀ ਹੋਏਗੀ। ਇਹ ਤਾਂ ਜਵਾਬਦੇਹੀ ਜਿਹੜੀ ਹੈਗੀ ਹੈ ADGP ਪ੍ਰਿਜ਼ਨ ਦੀ ਹੈਗੀ ਹੈ ਜਾਂ ਸੁਪਰਡੈਂਟ ਜੇਲ੍ਹ ਦੀ ਹੈਗੀ ਹੈ। ਅਤੇ ਇਨ ਕੇਸ ਪਬਲਿਕ ਨਾਲ ਕੋਈ ਇਹੋ ਜਿਹੀ ਸਿਚੁਏਸ਼ਨ ਆਤੀ ਤਾਂ ਪਬਲਿਕ ਕੀ ਰਾਈਟ? ਪਬਲਿਕ ਕੋਲ ਦੇਖੋ ਆਪਣੇ ਰਾਈਟਸ ਜਿਹੜੇ ਹੈਗੇ ਐਜ਼ ਪਰ ਰੈਮਡ ਲਾਅ ਹੈਗੇ ਆ ਉਹ ਖੜੇ ਨੇ। ਜਦੋਂ ਤੁਹਾਡੇ ਨਾਲ ਇੱਦਾਂ ਦਾ ਕੁਝ ਹੁੰਦਾ ਤੁਹਾਡੇ ਕੋਲ ਅਪੀਲ ਦਾ ਰਾਈਟ ਹੈਗਾ, ਤੁਸੀਂ ਸੁਪਰੀਮ ਕੋਰਟ ਵੀ ਜਾ ਸਕਦੇ ਹੋ ਅਤੇ ਤੁਹਾਡਾ ਹਾਈ ਕੋਰਟ ਵੀ ਮਾਨਯੋਗ ਹਾਈ ਕੋਰਟ ਵੀ ਤੁਸੀਂ ਜਾ ਸਕਦੇ ਹੋ ਅਤੇ ਬਸ ਤੁਹਾਡੇ ਕੋਲ ਰਾਈਟਸ ਹੈ, ਤੁਸੀਂ ਆਪਣਾ ਐਕਸਰਸਾਈਜ਼ ਕਰ ਸਕਦੇ ਹੋ। ਲੇਕਿਨ ਜਦ ਤੁਹਾਨੂੰ ਰਾਈਟ ਨਹੀਂ ਮਿਲ ਰਹੇ ਹੈਗੇ ਤਾਂ ਆਮ ਪਬਲਿਕ ਦਾ ਕਿੱਥੇ ਜਾਊਗੀ? ਦੇਖੋ ਰਾਈਟਸ ਤਾਂ ਮਾਨਯੋਗ ਕੋਰਟ ਨੇ ਦੇਣਾ ਹੈ
ਤੇ ਕਈ ਵਾਰ ਬਰਡਨ ਇੰਨਾ ਜ਼ਿਆਦਾ ਹੁੰਦਾ ਕੇਸਾਂ ਦਾ ਕਿ ਸਾਰੇ ਕੇਸ ਸੈਂਸਿਟਿਵ ਹੁੰਦੇ ਆ, ਮਾਨਯੋਗ ਕੋਰਟ ਦੇ ਨਿਗਾਹ ਦੇ ਵਿੱਚ ਸਾਰੇ ਕੇਸ ਸੈਂਸਿਟਿਵ ਨੇ। ਤਾਂ ਚਲੋ ਕੁਝ ਹਾਈਪਰ ਸੈਂਸਿਟਿਵ ਵੀ ਹੁੰਦੇ ਨੇ, ਪਰ ਸਮੇਂ ਦੀ ਲਿਆਕਤ ਨੂੰ ਦੇਖਦੇ ਹੋਏ ਕਈ ਵਾਰ ਕੋਰਟ ਨੇ ਜਿਹੜਾ ਹੈਗਾ ਉਸ ਚੀਜ਼ ਨੂੰ ਅੱਗੇ ਥੋੜ੍ਹਾ ਜਿਹਾ ਤੋਰਨਾ ਹੁੰਦਾ, ਥੋੜ੍ਹਾ ਡਿਲੇ ਵੀ ਕਰਨਾ ਪੈ ਜਾਂਦਾ ਜੀ। ਕਈ ਵਾਰ ਸਾਡੇ ਵੱਲੋਂ ਕੋਈ ਦੇਰੀ ਨਹੀਂ ਹੁੰਦੀ, ਕਈ ਵਾਰ ਸਰਕਾਰ ਜਿਹੜਾ ਹੈਗਾ ਸਮਾਂ ਲੈ ਜਾਂਦੀ ਹੈ। ਕਈ ਵਾਰ ਜਿਹੜੇ ਪਟੀਸ਼ਨਰ ਜਿਹੜੇ ਹੁੰਦੇ ਨੇ ਉਹਨਾਂ ਦੇ ਕਾਊਂਸਲ ਜਿਹੜੇ ਨੇ ਉਹ ਸਮਾਂ ਲੈ ਜਾਂਦੇ ਆ। ਕਈ ਵਾਰ ਸਾਡੀ ਤਿਆਰੀ ਨਹੀਂ ਹੁੰਦੀ ਹੈਗੀ, ਤਾਂ ਇਹ ਜਿਹੜਾ ਪਾਰਟ ਤਾਂ ਕਿਸੇ ਨਾ ਕਿਸੇ ਕਦੇ ਫੇਲੀਅਰ ਦੇ ਵਿੱਚ ਆ ਹੀ ਜਾਂਦਾ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹ ਆਲਰੇਡੀ 11 ਸਾਲ ਡਿਲੇ ਹੋ ਚੁੱਕਾ ਤੇ 6 ਸਾਲ ਦੀ ਸੁਪਰੀਮ ਕੋਰਟ ਦੀ ਰਿਕੁਐਸਟ ਸੀਗੀ। 6 ਮਹੀਨੇ ਦੀ। 6 ਮਹੀਨੇ ਦੀ, ਹਾਂਜੀ ਜੀ। ਤੇ ਇਹਦਾ ਕੀ ਪਬਲਿਕ ਨੂੰ ਕੀ ਨੁਕਸਾਨ ਹੋਊ? ਦੇਖੋ, ਪਬਲਿਕ ਨੂੰ ਨੁਕਸਾਨ ਤਾਂ ਹੈ ਹੀ ਹੈ। ਜਦੋਂ ਤੁਸੀਂ ਇਹ ਚੀਜ਼ਾਂ ਪਬਲਿਕ ਪੜ੍ਹਦੀ ਹੈ, ਦੇਖਦੀ ਹੈ, ਤਾਂ ਪਬਲਿਕ ਦਾ ਜਿਹੜਾ ਭਰੋਸਾ ਹੈਗਾ ਉਹ ਬੜਾ ਟੁੱਟਦਾ ਹੈ। ਉਹਨਾਂ ਦਾ ਜਿਹੜਾ ਇੱਕ ਸੈਂਟੀਮੈਂਟਸ ਹੈਗੇ ਉਹ ਵੀ ਟੁੱਟਦੇ ਨੇ ਕਿ ਜਦੋਂ ਤੁਹਾਨੂੰ ਕੋਈ ਆਰਡਰ ਕੀਤਾ ਗਿਆ ਹੈਗਾ ਤੁਸੀਂ ਨੀਚੋਂ ਵੀ ਇੰਪਲੀਮੈਂਟ ਨਹੀਂ ਕਰਦੇ ਹੈਗੇ, ਤਾਂ ਪਬਲਿਕ ਦਾ ਭਰੋਸਾ ਅਦਾਲਤਾਂ ਤੋਂ ਵੀ ਥੋੜ੍ਹਾ ਜਿਹਾ ਜਿਹੜਾ ਹੈਗਾ ਟੁੱਟਦਾ। ਥੈਂਕ ਯੂ सर। जो गुड सर। सरबजोत सिंह चीमा एडवोकेट। चीमा जी, जो ये डीएसपी का मामला है क्या है ये? देखो जी, एक बर्खास्त डीएसपी हैं जी जसपाल सिंह, जो कि खालड़ा साहब के मामले में उनको उम्र कैद हुई थी 2005 में। तो उनकी तय उम्र, उन्होंने जेल में रहना था, उनको उम्र कैद हुई थी। तो 2005 के बाद उनको और मुकदमे में 2014 में एक और सज़ा होती है कुलजीत सिंह टट मामले में। ठीक है। तो कुलजीत सिंह टट मामले में उनको 5 साल की सज़ा होती है। तो 5 साल की सज़ा के बाद जो है उनको उम्र कैद पूरी होने के बाद जो उनको 5 साल की सज़ा शुरू होनी थी। तो इस मामले में ऐसा है कि हमने हाई कोर्ट में उनके ख़िलाफ़ एक इन्हांसमेंट की अपील लगा रखी है कि उनको सज़ा जो हुई है कम हुई है। तो सज़ा हमने उम्र कैद के लिए लगा रखी है। तो उन्होंने अपने साथ में सस्पेंशन ऑफ सेंटेंस भी मूव कर रखी है। और इसके बाद जो है 2019 में जो बर्खास्त डीएसपी जसपाल सिंह हैं, इन्होंने एक अपनी एप्लीकेशन लगाई थी प्री मैच्योर लीज़ की, जो कि गृह मंत्रालय पंजाब ने उसको डिसमिस कर दिया था। और उसके बाद जो है डीएसपी जसपाल सिंह की जो उम्र कैद है वो बरकरार रहनी थी। और अब हमें पता लगा था कि उसको रिलीज़ कर दिया गया है जेल से। तो उसके बाबत में मैंने एक एजी ऑफिस पंजाब को, सीएम पंजाब को और एडीजीपी प्रिजन को एक मेल लिखी है कि आपने किस धारा के तहत और किस जजमेंट के तहत या ऑर्डर के तहत उसको आपने रिलीज़ किया है। और वो जवाब अभी पेंडिंग है, उनका जवाब नहीं आया है। क्योंकि आमतौर पे अगर देखो उम्र कैद किसी को होती है तो उम्र कैद होने के बाद जो सब्सिक्वेंट कोई अगर सज़ा होती है वो उम्र कैद पूरी होने के बाद जो है शुरू होती है। इस मामले में जो है उसकी उम्र कैद अभी पूरी नहीं हुई थी, तो जो 5 साल की सज़ा बाद में हुई है वो कॉन्करेंट नहीं चल सकती। अगर या तो कोर्ट अपने ऑर्डर क्वांटम ऑफ सेंटेंस में या ऑर्डर शीट में ये मेंशन करते हैं कि जो सज़ा है वो कॉन्करेंट चलेगी, तो कॉन्करेंट चलती है, मतलब बराबर चलती है। तो इसमें ऐसा कुछ नहीं था, तो इस कारण जो है सज़ा अलग अलग चलनी थी। तो अभी तक उसने अपनी जो कुलजीत सिंह टट मामले में सज़ा है वो भी शुरू नहीं करी है। तो उसको हमारे हिसाब से उसको नजायज़ जो है पंजाब सरकार ने या गृह मंत्रालय ने या जेल विभाग ने उसको रिलीज़ किया है, जो कि कानून के बिल्कुल बरखिलाफ़ है। एक टर्म अभी आपने यूज की सस्पेंशन ऑफ सेंटेंस। जी। लेमन लैंग्वेज में आप इसको सस्पेंशन ऑफ सेंटेंस होती है जी, अगर आपको सज़ा होती है किसी भी मुकदमे में तो आप एक कोर्ट को अर्ज़ी देते हो जी कि मेरी जो सज़ा है मैंने इतना टाइम पूरी कर ली है, इसको थोड़े टाइम के लिए या कुछ समय के लिए जो है इसको ख़त्म कर दिया जाए। और जो अपील होती है वो चलती रहती है। और अगर कोर्ट को लगता है कि ये जो सज़ा हुई है बिल्कुल सही हुई है तो आपकी सज़ा आगे बरकरार हो जाती है। नहीं तो जो है आपको वो कोर्ट अगर लगता है कि बाइज़्ज़त बरी करना है तो वो आपको बरी कर देते हैं। तो ये जो एप्लीकेशन आपने लगाई है ये किस कैटेगरी का थी? क्या ये पीआईएल के? नहीं, पीआईएल की कैटेगरी में नहीं आती, ये एक क्रिमिनल प्रोसीजर कोड के तहत आती है। हमने नहीं लगाई है, जसपाल सिंह ने लगा रखी है जी। हमने तो इन्हांसमेंट की लगा रखी है कि जो हमने अपील डाली हुई है कि जो उसको सज़ा हुई थी नीचे से लोअर अदालत से सज़ा हुई थी वो सज़ा कम हुई थी। तो हमने ये कहा कोर्ट को कि इसको सज़ा कम है, इसके खिलाफ सबूत अच्छे हैं, तो इसको जो है उम्र कैद बनती है। तो मतलब ये एप्लीकेशन किस कैपेसिटी में आप लगाते हैं?
कैपेसिटी हमें जो देखो, जब हम सबूत देखते हैं या जब हम रिकॉर्ड देखते हैं, हमें लगता है जो हमने गवाहियाँ कराई होती है, हमें पता होता है कि ये जो इस बंदे का या इस इंसान का रोल है, तो उस रोल को देखते हुए हमें लगता है कि कोर्ट ने वो सही फ़ैसला नहीं किया, तो फिर हमें माननीय हाई कोर्ट में जो है उसको लगा सकते हैं हम। तो टेक्निकल ग्राउंड्स के ऊपर आपको क्या लग रहा था, आपको क्या डिसीजन लेना चाहिए? देखिए, जब हमने ये एप्लीकेशन लगाई है उसके बाद हम सुप्रीम कोर्ट भी गए थे। सुप्रीम कोर्ट ने इस मामले को 6 महीने के बीच बीच में जो है डिसाइड करने के लिए हाई कोर्ट को रिक्वेस्ट करी थी। जो 2015 में हम सुप्रीम कोर्ट गए थे, बट 2015 के बाद अभी तक इस मामले में कोई प्रोग्रेस या कोई पर्पसफुल जो है डेट नहीं हुई या कोई आगे कार्रवाई नहीं बढ़ी है। तो अभी नेक्स्ट डेट अक्टूबर में है जी। तो पहले हम देखते हैं जो हमने एजी ऑफिस को ये जवाब मांगा है, ये क्या देते हैं जवाब, क्योंकि एज़ पर हमारी इन्फॉर्मेशन की एज सच कोई भी हाई कोर्ट से या सुप्रीम कोर्ट से ऑर्डर या गवर्नर से कोई ऑर्डर जसपाल सिंह को रिलीज़ करने का नहीं मिला। तो अगर नहीं है तो फिर ये जो है जेल सुप्रिटेंडेंट का या फिर एडीजीपी प्रिजन का या एजी ऑफिस का जो है ये डिसीज़न आर्बिट्रेरी है और ये कानून के बरखिलाफ़ है। तो जो सुप्रीम कोर्ट का ऑर्डर है कि 6 महीने के अंदर डिसाइड किया जाए, वो तो पूरा होता लगता नहीं है। नहीं, बिल्कुल नहीं। 2015 के बाद अब देख लो 2026 आ गया, 11 साल हो चुके हैं, अब तक नहीं पूरा हुआ है। तो इसके लिए आपका राइट बनता होगा कि आप दोबारा सुप्रीम कोर्ट का अपील करेंगे, ये जो है बिल्कुल बनता तो है, पर अभी अगर देखिए सुप्रीम कोर्ट ने तो वापस हमें हाई कोर्ट भेजा है, तो हाई कोर्ट ने देखना है कि इसको कितनी जल्दी सुनवाई करके ख़त्म करना है।